ਹੈਲੋ ਵੈਲਕਮ ਬੈਕ ਟੂ ਆਲ ਔਨ ਮਾਈ ਚੈਨਲ ਐਡੂਮਸਟ। ਸੋ ਅੱਜ ਦਾ ਟੌਪਿਕ ਰਹੇਗਾ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ੍ਹ ਅਸੀਂ ਪੜ੍ਹਿਆ ਸੀ ਹਿਸਟਰੀ ਆਫ ਇੰਗਲਿਸ਼ ਲਿਟਰੇਚਰ। ਹੁਣ ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਨੂੰ ਪੜ੍ਹਨ ਤੋਂ ਬਾਅਦ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਈਏ ਇੰਗਲਿਸ਼ ਡਰਾਮਾ ਦਾ। ਠੀਕ ਹੈ, ਸੋ ਇੰਗਲਿਸ਼ ਡਰਾਮਾਸ ਕੀ ਸੀ, ਪਹਿਲਾਂ ਆਪਣੇ ਕੋਲ ਜਿਹੜਾ ਸੀ ਚਰਚ ਦਾ ਇਨਫਲੂਐਂਸ ਬਹੁਤ ਸੀ। ਠੀਕ ਹੈ, ਚਰਚ ਦਾ ਇਨਫਲੂਐਂਸ ਬਹੁਤ ਸੀ ਤਾਂ ਚਰਚ ਦੇ ਵਿੱਚ ਕੀ ਸੀਗਾ ਕਿ ਉੱਥੇ ਰਿਲੀਜੀਅਸ ਐਕਟੀਵਿਟੀ ਹੋਣਗੀਆਂ ਚਰਚ ਦੇ ਵਿੱਚ, ਔਰ ਚਰਚ ਦੇ ਵਿੱਚ ਰਿਲੀਜੀਅਸ ਐਕਟੀਵਿਟੀ ਦੇ ਹੋਣ ਦੇ ਲਈ ਉੱਥੇ ਮਿਰੇਕਲ ਪਲੇਜ਼ ਔਰ ਮਿਸਟਰੀ ਪਲੇਜ਼ ਔਰ ਮੋਰੈਲਿਟੀ ਪਲੇਜ਼ ਹੁੰਦੇ ਸੀ। ਇਹਨਾਂ ਨੂੰ ਮੈਂ ਤੁਹਾਨੂੰ ਬਹੁਤ ਹੀ ਕ੍ਰਿਸਪ ਵੇ ਨਾਲ ਪੜ੍ਹਾਉਂਗੀ। ਠੀਕ ਹੈ, ਇਹਦੇ ਵਿੱਚ ਜ਼ਿਆਦਾ ਆਪਾਂ ਨੂੰ ਮਾਸਟਰ ਕੈਡਰ ਦੇ ਲਈ ਜਾਂ ਆਪਣੇ ਹੋਰ ਵੀ ਜਿਹੜੇ ਐਗਜ਼ਾਮ ਨੇ UGC ਲੈਵਲ 'ਤੇ ਅਸੀਂ ਬਹੁਤ ਇਹਨੂੰ ਇਲੈਬੋਰੇਟ ਕਰਕੇ ਦੇਖ ਸਕਦੇ ਹਾਂ, ਬਟ ਜਿੱਥੇ ਜਿਹੜੇ ਪੁਆਇੰਟ ਨੇ ਮੈਂ ਤੁਹਾਡੇ ਲਈ, ਜਾਂ ਫਿਰ ਤੁਸੀਂ UGC ਦੇ ਲਈ ਵੀ ਪੜ੍ਹ ਰਹੇ ਹੋ ਨਾ, ਤਾਂ ਵੀ ਤੁਹਾਡੇ ਲਈ ਇਹ ਪੁਆਇੰਟਸ ਬਹੁਤ ਇੰਪੋਰਟੈਂਟ ਨੇ। ਸੋ ਫਸਟ ਆਫ ਆਲ ਇਜ਼ ਮਿਰੇਕਲ ਪਲੇਸ। ਠੀਕ ਹੈ, 3M ਤੁਸੀਂ ਯਾਦ ਰੱਖਣੇ ਨੇ। ਮਿਰੇਕਲਸ ਮੀਨਸ ਇਹ 10th ਜਾਂ ਫਿਰ 11th ਸੈਂਚੁਰੀ ਦੇ ਵਿੱਚ ਬਹੁਤ ਹੀ ਪ੍ਰੋਮੀਨੈਂਟ ਸੀ। ਠੀਕ ਹੈ, ਉਹਦੇ ਵਿੱਚ ਉਹ ਡਿਊਜ਼ ਐਕਸ ਮਸ਼ੀਨਾ ਜਿਹੜਾ ਹੈ ਇੱਕ ਟਰਮ ਤੁਸੀਂ ਯਾਦ ਰੱਖਣੀ ਹੈ ਕਿ ਇਹ ਜਿਹੜਾ ਟਰਮ ਹੈ ਇਹ ਮਿਰੇਕਲ ਪਲੇਸ ਦੇ ਵਿੱਚ ਯੂਜ਼ ਹੁੰਦੀ ਸੀ। ਠੀਕ ਹੈ, ਇਹਦੇ ਵਿੱਚ ਖਾਸ ਤੌਰ 'ਤੇ ਵਰਜਿਨ ਮੈਰੀ ਜਾਂ ਸੈਂਟ ਨਿਕੋਲਸ ਉਸ ਟਾਈਮ ਦੇ ਵਿੱਚ ਸੀਗੇ, ਉਹਨਾਂ ਦੇ ਕੈਰੈਕਟਰਸ ਨੂੰ ਕੈਰੈਕਟਰਾਈਜ਼ ਕਰਕੇ ਦਿਖਾਇਆ ਜਾਂਦਾ ਸੀ ਥਰੂ ਦਾ ਮਿਰੇਕਲ ਪਲੇਸ। ਸੰਤ ਜਿਹੜੇ ਵੀ ਉਸ ਟਾਈਮ ਦੇ ਫੇਮਸ ਹੋਣਗੇ, ਠੀਕ ਹੈ, ਉਹਨਾਂ ਦੀ ਸ਼ਹਾਦਤ ਉੱਤੇ ਲੋਕਾਂ ਦੇ ਅੰਦਰ ਆਪਣੇ ਰਿਲੀਜੀਅਸ ਐਕਟੀਵਿਟੀ ਨੂੰ ਲੈ ਕੇ ਇੱਕ ਭਾਵਨਾ ਪੈਦਾ ਕੀਤੀ ਜਾਂਦੀ ਸੀ। ਸੰਤਾਂ ਦੀ ਸ਼ਹਾਦਤ ਨੂੰ ਲੈ ਕੇ ਦਿਖਾਇਆ ਜਾਂਦਾ ਸੀ। ਠੀਕ ਹੈ, ਰਿਲੀਜੀਅਸ ਐਕਟੀਵਿਟੀ ਹੋ ਰਹੀ ਸੀ। ਠੀਕ ਹੈ, ਹੁਣ ਕੀ ਸੀ, ਦੂਸਰਾ ਸੀਗਾ ਮਿਸਟਰੀ ਪਲੇਸ। ਮਿਸਟਰੀ ਪਲੇਸ ਜਿਹੜੇ ਨੇ ਇਹ 15th ਸੈਂਚੁਰੀ ਤੱਕ ਚੱਲੇ। ਠੀਕ ਹੈ, 15th ਸੈਂਚੁਰੀ ਤੱਕ ਇਹਨਾਂ ਦਾ ਬੋਲਬਾਲਾ ਰਿਹਾ। ਮਿਸਟਰੀ ਮਤਲਬ ਕਿਸੇ ਤਰ੍ਹਾਂ ਦੀ ਇਹ ਨਹੀਂ ਹੈ ਕਿ ਤੁਸੀਂ ਮਿਸਟਰੀ ਦੇਖ ਰਹੇ ਹੋ। ਠੀਕ ਹੈ, ਇਹਦੇ ਵਿੱਚ ਕੀ ਸੀ, ਅਗੇਨ ਜਿਹੜਾ ਆਪਣਾ ਫੋਕਸ ਹੈ ਉਹ ਬਿਬਲੀਕਲ ਇਵੈਂਟਸ ਦੇ ਉੱਤੇ ਸੀ। ਬਿਬਲੀਕਲ ਮਤਲਬ ਜਿਹੜੀ ਆਪਣੀ ਬਾਈਬਲ ਹੈ ਉਹਦੇ ਵਿੱਚ ਜਿਹੜੇ ਇਵੈਂਟਸ ਲਿਖੇ ਹੋਏ ਉਹਨਾਂ ਦੇ ਬੇਸ 'ਤੇ ਹੀ ਇਹ ਮਿਸਟਰੀ ਪਲੇਸ ਸੀਗੇ। ਠੀਕ ਹੈ, ਔਰ ਪਰਫਾਰਮਡ ਔਨ ਦਾ ਡੇ ਆਫ ਜਜਮੈਂਟ। ਡੇ ਆਫ ਜਜਮੈਂਟ ਹੁੰਦਾ ਹੈ ਕਿ ਜਿਹੜੇ ਆਪਣੇ ਕ੍ਰਿਸਚਨ ਦੇ ਵਿੱਚ ਇਹ ਬਹੁਤ ਹੀ ਇੱਕ ਫੇਮਸ ਹੁੰਦਾ ਹੈ ਡੇ ਆਫ ਜਜਮੈਂਟ। ਇਹਦੇ ਬਾਰੇ ਤੁਸੀਂ ਸਰਚ ਕਰਨਾ ਥੋੜ੍ਹਾ ਜਿਹਾ। ਦੇ ਗੋ ਟੂ ਸਿਟੀਜ਼ ਔਨ ਪੇਜੀਅਨ ਕਾਰਟ। ਉਹ ਸਿਟੀਜ਼ ਦੇ ਵਿੱਚ ਜਾ ਕੇ, ਜਿਵੇਂ ਆਪਾਂ ਕਹਿੰਦੇ ਹਾਂ ਨਾ, ਜਾ ਕੇ ਉੱਥੇ ਆਪਣੇ ਪਲੇਸ ਜਿਹੜੇ ਪਰਫਾਰਮ ਕਰਦੇ ਸੀਗੇ। ਠੀਕ ਹੈ, ਉਸ ਟਾਈਮ ਦੇ 4 ਇੰਪੋਰਟੈਂਟ ਪਲੇਸ ਨੇ ਜੋ ਕਿ ਯਾਰਕ, ਐਂਡ ਟਾਊਨ, ਚੈਸਟਰ ਟਾਊਨ ਔਰ ਵੇਕਫੀਲਡ। ਇਹ 4 ਤਰ੍ਹਾਂ ਦੇ ਪਰਫਾਰਮ ਉੱਥੇ ਕੀਤੇ ਜਾਂਦੇ ਸੀਗੇ। ਇਹ ਜਾ ਕੇ ਸ਼ਹਿਰ ਟੂ ਸ਼ਹਿਰ ਆਪਣੇ ਮਿਸਟਰੀ ਪਲੇਸ ਕਰਦੇ ਸੀਗੇ। ਠੀਕ ਹੈ, ਹੁਣ ਇਹ ਕਿਉਂਕਿ ਮਿਰੇਕਲ ਪਲੇਸ ਜਿਹੜੇ ਸੀ ਇਹ ਚਰਚ ਦੇ ਅੰਡਰ ਅਥਾਰਟੀ ਦੇ ਅੰਦਰ ਹੁੰਦੇ ਸੀ। ਹੁਣ ਮਿਸਟਰੀ ਪਲੇਸ ਜਿਹੜੇ ਸੀ ਸਿਟੀਜ਼ ਟੂ ਸਿਟੀ ਜਾਣ ਲੱਗੇ ਸੀ ਤਾਂ ਇਹ ਚਰਚ ਦੀ ਅਥਾਰਟੀ ਤੋਂ ਬਾਹਰ ਨਿਕਲ ਗਏ। ਠੀਕ ਹੈ, ਇਹ ਤੁਹਾਡੇ ਪੇਪਰ 'ਚ ਕੁਐਸਚਨ ਸਿਰਫ ਇੰਨਾ ਹੀ ਆ ਸਕਦਾ ਹੈ ਸਿੰਪਲ ਕਿ ਮਿਰੇਕਲ ਪਲੇਸ ਕੀ ਹੁੰਦੇ ਨੇ, ਕਿ ਮਾਰਟਾਈਰਡਮ ਆਫ ਸੇਂਟ, ਮਿਸਟਰੀ ਪਲੇਸ ਕੀ ਹੈ ਬਿਬਲੀਕਲ ਇਵੈਂਟ ਦੇ ਉੱਤੇ, ਮੋਰੈਲਿਟੀ ਪਲੇ ਕੀ ਹੈ ਕ੍ਰਿਸਚਨ ਥੀਮ ਦੇ ਉੱਤੇ ਹੈ, ਇਸ ਤਰ੍ਹਾਂ। ਠੀਕ ਹੈ ਨਾ, ਹੁਣ ਹਾਲੇ ਤੱਕ ਇਹ ਆਪਣੇ ਜੀਜਸ ਜਿਹੜੇ ਉਸ ਦੇ ਟਾਈਮ ਤੋਂ ਵੀ ਕਾਫੀ ਟਾਈਮ ਪਹਿਲਾਂ ਦੀ ਇਹ ਗੱਲ ਹੋ ਰਹੀ ਹੈ। ਠੀਕ ਹੈ, ਹੁਣ ਆ ਗਿਆ ਮੋਰੈਲਿਟੀ ਪਲੇ। ਮੋਰੈਲਿਟੀ ਪਲੇ ਕੀ ਹੈ, ਇਹ ਕ੍ਰਿਸਚਨ ਥੀਮ ਹੈ। ਹੁਣ ਦੇਖੋ ਪਹਿਲਾਂ ਕੀ ਸੀ, ਬਿਬਲੀਕਲ ਹਰ ਜੋ ਵੀ ਕੁਝ ਹੋ ਰਿਹਾ ਸੀ ਉਹ ਬਾਈਬਲ ਦੇ ਅਕੋਰਡਿੰਗ ਹੋ ਰਿਹਾ ਸੀ। ਹੁਣ ਇੱਥੇ ਆ ਗਈ ਹੈ ਕ੍ਰਿਸਚਨ ਥੀਮ, ਮਤਲਬ ਕ੍ਰਿਸਚੈਨਿਟੀ, ਜੀਜਸ ਦੇ ਉੱਤੇ ਗੱਲ ਹੋ ਰਹੀ ਹੈ। ਠੀਕ ਹੈ, ਇਹਦੇ ਵਿੱਚ ਪੇਸ਼ੈਂਸ, ਜੋ ਵੀ ਗੋਡ ਜੀਜਸ ਨੂੰ ਤੁਸੀਂ ਦੇਖਦੇ ਹੋ ਉਹਨਾਂ ਦੀ ਜੋ ਵੀ ਕੁਆਲਿਟੀਜ਼ ਨੇ, ਫੋਰ ਐਗਜ਼ਾਮਪਲ ਉਹਨਾਂ ਦੇ ਅੰਦਰ ਕਿੰਨੀ ਸਿੰਪਥੀ ਸੀ ਲੋਕਾਂ ਦੇ ਲਈ, ਉਹ ਕਿੰਨਾ ਪੇਸ਼ੈਂਸ ਰੱਖਦੇ ਸੀਗੇ ਕਿ ਉਹਨਾਂ ਦੇ ਇੰਨੇ ਅਤਿਆਚਾਰ ਹੋਏ ਫਿਰ ਵੀ ਉਹਨਾਂ ਨੇ ਕੁਝ ਨਹੀਂ ਕਿਹਾ, ਮਤਲਬ ਔਰ ਉਹਨਾਂ ਦੇ ਜਿਹੜੀ ਮਰਸੀ ਦੂਜਿਆਂ ਦੇ ਉੱਤੇ ਦਿਖਾਉਂਦੇ ਸੀ। ਇਹ ਸਾਰੇ ਜਿਹੜੇ ਕ੍ਰਿਸਚਨ ਦੇ ਐਸਪੈਕਟਸ ਨੇ ਉਹਨਾਂ ਨੂੰ ਦਿਖਾਇਆ ਜਾਂਦਾ ਹੈ। ਠੀਕ ਹੈ, ਔਰ ਐਲੋਗਰਾਈਜ਼ ਕਰਕੇ ਦਿਖਾਇਆ ਜਾਂਦਾ ਹੈ। ਐਲੋਗਰੀ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਆਪਾਂ ਸਿੰਬੋਲਾਈਜ਼ ਕਰਦੇ ਹਾਂ ਕਿਸੇ ਚੀਜ਼ ਤਰੀਕੇ ਨਾਲ। ਠੀਕ ਹੈ, ਇਹ ਲਿਟਰਲ ਮੀਨਿੰਗ ਵੀ ਹੋ ਸਕਦਾ ਹੈ, ਸਿੰਬੋਲਿਕ। ਠੀਕ ਹੈ ਨਾ, ਔਰ ਤੁਸੀਂ ਕੀ ਕਹਿ ਸਕਦੇ ਹੋ ਕਿ ਇਹਦੇ ਵਿੱਚ ਐਵਰੀ ਮੈਨ ਔਰ ਮੈਨਕਾਈਂਡ ਜਿਹੜੇ ਨੇ ਇਹ ਮੋਰੈਲਿਟੀ ਪਲੇ ਹੈ, ਪਰ ਤੁਸੀਂ ਇੰਨੇ ਡੈਪਥ ਦੇ ਵਿੱਚ ਇਹਦੇ ਵਿੱਚ ਨਹੀਂ ਜਾਣਾ। ਤੁਸੀਂ ਸਿਰਫ ਸਮਝਣਾ ਹੈ ਕਿ ਮੋਰੈਲਿਟੀ ਪਲੇ ਕੀ ਹੈ। ਆਪਣੇ ਐਗਜ਼ਾਮ ਲਈ ਸਿਰਫ ਇੰਨਾ ਹੀ ਇੰਪੋਰਟੈਂਟ ਹੈ, ਆਪਾਂ ਕਿਉਂਕਿ UGC ਲੈਵਲ ਦਾ ਐਗਜ਼ਾਮ ਨਹੀਂ ਦੇ ਰਹੇ। ਠੀਕ ਹੈ, ਹੁਣ ਅਗਲਾ ਆਉਂਦਾ ਹੈ ਫਾਰਸ। ਅੱਛਾ ਠੀਕ ਹੈ, ਹੁਣ ਕੀ ਸੀਗਾ ਕਿ ਪਹਿਲਾਂ ਸਿਰਫ ਰਿਲੀਜੀਅਸ ਹਾਲੇ ਤੱਕ ਸਾਰਾ ਕੁਝ ਰਿਲੀਜੀਅਸ ਹੀ ਚੱਲ ਰਿਹਾ ਸੀਗਾ। ਠੀਕ ਹੈ, ਹਾਲੇ ਤੱਕ ਸਭ ਕੁਝ ਜੋ ਸੀ ਉਹ ਰਿਲੀਜੀਅਸ ਥੀਮਸ ਦੇ ਉੱਤੇ ਸੀਗਾ। ਹੁਣ ਕੀ ਸੀਗਾ ਕਿ ਥੋੜ੍ਹਾ ਜਿਹਾ ਮਤਲਬ ਥੋੜ੍ਹਾ ਜਿਹਾ ਇਹਦੇ ਵਿੱਚ ਫਾਰਸਿਸ ਮੀਨਸ ਹੁੰਦਾ ਹੈ, ਟਰਮ ਦੇਖ ਰਹੇ ਹੋ ਫਾਰਸ।
ਇਹ ਤੁਹਾਨੂੰ ਕੁਐਸਚਨ ਪੁੱਛ ਸਕਦੇ ਨੇ ਕਿ ਵਾਟ ਇਜ਼ ਫਾਰਸ। ਤਾਂ ਫਾਰਸ ਜਿਹੜੀ ਹੈ ਲੋ ਟਾਈਪ ਦੀ ਕਾਮੇਡੀ ਹੁੰਦੀ ਸੀ। ਇਹਦੇ ਵਿੱਚ ਹੋਰਸ ਪਲੇ, ਮਤਲਬ ਇੱਕ ਕੈਰੈਕਟਰ ਜਿਹੜਾ ਇੱਧਰ ਤੋਂ ਉੱਧਰ ਭੱਜ ਰਿਹਾ, ਭੱਜ ਦੌੜ ਭਰੀ ਜਿਹੜੀ ਹੈ ਕਾਮੇਡੀ ਦਿਖਾਈ ਜਾਂਦੀ ਸੀ। ਔਰ ਇਹਦੇ ਵਿੱਚ ਵਲਗਰ ਕਮੈਂਟ ਕੀਤੇ ਜਾਂਦੇ ਸੀਗੇ, ਠੀਕ ਹੈ, ਮਤਲਬ ਗਾਲੀ ਗਲੋਚ ਵਗੈਰਾ ਜਿਹਨੂੰ ਤੁਸੀਂ ਕਹਿ ਸਕਦੇ ਹੋ, ਉਹ ਸਭ ਹੁੰਦਾ ਸੀ। ਹੁਣ ਪਹਿਲਾਂ ਸੀਗਾ ਕਿ ਸਿਰਫ ਅਸੀਂ ਕਿਹਦੀ ਗੱਲ ਕਰ ਸਕਦੇ ਸੀ, ਪਹਿਲਾਂ ਅਸੀਂ ਸਿਰਫ ਕ੍ਰਿਸਚਨ ਰਿਲੀਜੀਅਸ ਬਾਰੇ ਹੀ ਗੱਲ ਕਰਦੇ ਸੀ, ਲੇਕਿਨ ਹੁਣ ਅਸੀਂ ਫਾਰਸ ਦੇ ਬਾਰੇ ਵੀ ਗੱਲ ਕਰਨ ਲੱਗ ਗਏ ਹਾਂ, ਜੋ ਕਿ ਲੋ ਟਾਈਪ ਦੀ ਕਾਮੇਡੀ ਹੈ, ਠੀਕ ਹੈ। ਹੁਣ ਆ ਗਿਆ ਇੰਟਰਲਿਊਡ। ਇੰਟਰਲਿਊਡ ਕੀ ਸੀ ਕਿ ਜਦੋਂ ਪਲੇਜ਼ ਹੁੰਦੇ ਨੇ ਉਹ ਬਹੁਤ ਲੰਬੇ ਲੰਬੇ ਹੁੰਦੇ ਨੇ। ਜਦੋਂ ਪਲੇਜ਼ ਬਹੁਤ ਲੰਬੇ ਲੰਬੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਰਿਲੀਫ ਦੇਣ ਲਈ, ਲੋਕਾਂ ਨੂੰ ਕਾਮਿਕ ਰਿਲੀਫ ਦੇਣ ਲਈ ਇੰਟਰਲਿਊਡ ਸ਼ੁਰੂ ਹੋਇਆ। ਇੰਟਰਲਿਊਡ ਮੀਨਸ ਹੁੰਦਾ ਹੈ ਮਿਊਜ਼ਿਕ। ਇਹ ਮਿਊਜ਼ਿਕ ਦੀ ਫਾਰਮ ਦੇ ਵਿੱਚ ਹੁੰਦਾ ਹੈ, ਠੀਕ ਹੈ। ਮਤਲਬ ਕਿ ਜਿਵੇਂ ਕਹਿ ਲਓ ਤੁਹਾਨੂੰ ਗਾਣੇ ਚੱਲਦੇ ਨੇ ਫਿਲਮ ਦੇ ਵਿੱਚ, ਉਸ ਤਰ੍ਹਾਂ ਦੇ ਟਾਈਪ ਦਾ ਕੁਝ, ਓਕੇ। ਇੰਟਰਲਿਊਡ। ਹੁਣ ਇੰਟਰ ਮਤਲਬ ਮੀਡੀਏਟਰੀ, ਸਮਥਿੰਗ ਇਜ਼ ਇਨ ਦਾ ਮਿਡਲ। ਦੈਨ ਆਪਾਂ ਗੱਲ ਕਰ ਲੈਂਦੇ ਹਾਂ ਕਿ ਫਸਟ ਕਾਮੇਡੀ ਕਿਹੜੀ ਸੀ। ਤੁਹਾਨੂੰ ਫਸਟ ਕਾਮੇਡੀ, ਫਸਟ ਟ੍ਰੈਜਡੀ, ਫਸਟ ਹਿਸਟੋਰੀਕਲ ਪਲੇ, ਫਸਟ ਕੁਝ ਵੀ ਹੁੰਦਾ ਹੈ, ਫਸਟ ਇੰਡੀਅਨ ਰਾਈਟਰ, ਫਸਟ ਨੋਬਲ ਪ੍ਰਾਈਜ਼ ਵਿਨਰ, ਫਸਟ ਆਪਣਾ ਸਾਹਿਤਯ ਅਕੈਡਮੀ ਪ੍ਰਾਈਜ਼ ਵਿਨਰ, ਸਾਰਾ ਕੁਝ ਇਸ ਤਰ੍ਹਾਂ ਦੇ ਫਸਟ ਵਾਲੀ ਇਨਫੋਰਮੇਸ਼ਨ ਜ਼ਿਆਦਾ ਹੀ ਆਪਣੇ ਲਈ ਇੰਪੋਰਟੈਂਟ ਹੁੰਦੀ ਹੈ, ਠੀਕ ਹੈ। ਫਸਟ ਕਾਮੇਡੀ ਜਿਹੜੀ ਹੈ ਰਾਲਫ ਰੋਇਸਟਰ ਡੋਇਸਟਰ, ਤੁਸੀਂ ਇਹਦੀ ਡੈਪਥ 'ਚ ਨਹੀਂ ਜਾਣਾ ਗਿਆ, ਸਿਰਫ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਇਹਨੂੰ ਨਿਕੋਲਸ ਉਡੈਲ ਨੇ ਲਿਖਿਆ ਸੀ, ਠੀਕ ਹੈ। ਔਰ ਇਹ ਨੇਮ ਇੱਥੇ ਗਲਤ ਲਿਖਿਆ ਹੋਇਆ ਹੈ, ਠੀਕ ਹੈ, ਇਹਨੂੰ ਤੁਸੀਂ ਅਵੋਇਡ ਕਰ ਦਿਓ। ਜਿਹੜਾ ਆਪਣਾ ਆ ਲਿਖਿਆ ਹੈ ਇਹ ਨੇਮ ਗਲਤ ਹੈ, ਤੁਸੀਂ ਇਹਨੂੰ ਛੱਡ ਦਿਓ। ਸਿਰਫ ਇੰਨਾ ਯਾਦ ਰੱਖੋ ਕਿ ਪਹਿਲੀ ਵਾਲੀ ਜਿਹੜੀ ਸੀ ਉਹ ਰਾਲਫ ਰੋਇਸਟਰ ਡੋਇਸਟਰ 'ਚ ਸੀ, ਅਤੇ ਸੈਕਿੰਡ ਵਾਲੀ ਜਿਹੜੀ ਆ ਉਹ ਨੀਡਲ ਬਾਰੇ ਇੱਕ ਸਟੋਰੀ ਸੀ, ਉਹਦੇ ਉੱਤੇ ਸੀ ਗਾਮਾ ਗਰਟਸ ਨੀਡਲ ਸਮਥਿੰਗ ਇਸ ਤਰ੍ਹਾਂ ਦਾ ਕੁਛ ਨਾਮ ਹੈ, ਠੀਕ ਹੈ। ਮੈਂ ਉਸ ਤੋਂ ਬਾਅਦ ਹੈ ਫਸਟ ਹਿਸਟੋਰੀਕਲ ਪਲੇਸ ਜਿਹੜਾ ਸੀ ਉਹ ਕਿੰਗ ਜੋਹਾਨ ਦਾ ਸੀਗਾ। ਫਸਟ ਟ੍ਰੈਜਡੀ ਜਿਹੜੀ ਸੀ ਉਹ ਬਿਓਵੁਲਫ ਸੀ, ਠੀਕ ਹੈ। ਉਸ ਤੋਂ ਬਾਅਦ ਹੈ ਇੱਥੇ ਨਾ ਤੁਸੀਂ ਇੱਕ ਹੋਰ ਫਸਟ ਟ੍ਰੈਜਡੀ ਗੋਰਬੋਡਕ, ਇਹ ਮੈਂ ਤੁਹਾਨੂੰ ਨੀਚੇ ਕਮੈਂਟ 'ਚ ਕਲੀਅਰ ਕਰ ਦੂੰਗੀ ਇਹ ਪੁਆਇੰਟ ਤੁਹਾਡੇ ਲਈ ਕਿ ਗੋਰਬੋਡਕ ਔਰ ਬੀਓਵੁਲਫ। ਰੋਮਾਂਟਿਕ ਕਾਮੇਡੀ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਕਾਮੇਡੀ ਦਾ ਮਤਲਬ ਹੱਸ ਰਿਹਾ ਹੈ, ਕੁਝ ਅੱਛਾ ਹੋ ਰਿਹਾ ਹੈ, ਠੀਕ ਹੈ ਨਾ। ਕਾਮੇਡੀ ਦਾ ਮਤਲਬ ਹੁੰਦਾ ਹੈ ਇੱਕ ਕੈਰੈਕਟਰ ਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਉਹ ਟ੍ਰੈਜਡੀ ਦੇ ਵਿੱਚ ਇੱਕ ਅੱਛੇ ਬੰਦੇ ਨੂੰ, ਕਿ ਟ੍ਰੈਜਡੀ ਕੀ ਹੁੰਦੀ ਹੈ, ਟ੍ਰੈਜਡੀ ਹੁੰਦੀ ਹੈ ਕਿ ਕਿਸੇ ਅੱਛੇ ਬੰਦੇ ਦਾ ਇੱਕ ਗਲਤੀ ਕਰਕੇ ਉਹਦਾ ਡਾਊਨਫੋਲ ਦਿਖਾਇਆ ਜਾਂਦਾ ਹੈ। ਇੱਕ ਟ੍ਰੈਜਿਕ ਹੀਰੋ ਹੁੰਦਾ ਹੈ, ਉਹਦਾ ਇੱਕ ਗਲਤੀ ਹੁੰਦੀ ਹੈ, ਇੱਕ ਟ੍ਰੈਜਿਕ ਫਲੋ ਕੁਛ ਆਉਂਦਾ ਹੈ, ਅਤੇ ਉਹਦੇ ਕੈਰੈਕਟਰ ਦੇ ਵਿੱਚ ਇੱਕ ਫਲੋ ਹੁੰਦਾ, ਉਸਦੇ ਕਰਕੇ ਉਹਦਾ ਨੀਚੇ ਪਤਨ ਦਿਖਾਇਆ ਜਾਂਦਾ ਹੈ। ਲੇਕਿਨ ਕਾਮੇਡੀ ਦੇ ਵਿੱਚ ਕੀ ਹੁੰਦਾ ਹੈ, ਇੱਕ ਬੰਦਾ ਹੈ ਜਿਹਦੇ ਵਿੱਚ ਕੈਰੈਕਟਰਿਸਟਿਕਸ ਥੋੜ੍ਹੀਆਂ ਬੁਰੀਆਂ ਨੇ ਪਰ ਲੋਕਾਂ ਨੂੰ ਹਸਾਉਣ ਲਈ ਕਾਮੇਡੀ ਹੁੰਦੀ ਹੈ, ਠੀਕ ਹੈ। ਹੁਣ ਰੋਮਾਂਟਿਕ ਕਾਮੇਡੀ ਦਾ ਮਤਲਬ ਹੈ ਰੋਮਾਂਟਿਕ ਦੇ ਲਈ ਇਹਦੇ ਵਿੱਚ ਇੱਕ ਹੀਰੋ ਹੀਰੋਇਨ ਹੁੰਦੇ ਨੇ ਔਰ ਉਹਨਾਂ ਦਾ ਕਾਮੇਡੀ ਦੇ ਲਈ ਉਹਨਾਂ ਨੂੰ ਐਂਡ 'ਤੇ ਮਿਲ ਜਾਣਾ ਹੁੰਦਾ ਹੈ। ਅਗਰ ਰੋਮਾਂਟਿਕ ਟ੍ਰੈਜਡੀ ਹੋਏਗੀ ਤਾਂ ਉਹ ਮਿਲਣਗੇ ਨਹੀਂ, ਲੇਕਿਨ ਕਾਮੇਡੀ ਹੈ ਤਾਂ ਉਹ ਮਿਲ ਜਾਣਗੇ ਐਂਡ ਦੇ ਵਿੱਚ। ਹੁਣ ਇੱਕ ਆ ਟਰਮ ਹੈ, ਤੁਸੀਂ ਸਿਰਫ ਇਹਨੂੰ ਇਸ ਤਰ੍ਹਾਂ ਹੀ ਦੇਖ ਲਓ ਸਿੰਪਲੀ ਕਿ ਰਿਪਾਰਟੇ ਸੀਨ ਕੀ ਹੁੰਦਾ ਹੈ। ਇਹ ਹੁੰਦਾ ਹੈ ਐਕਸਚੇਂਜ ਆਫ ਵਿਟੀ ਡਾਇਲੋਗਸ, ਇੱਕ ਦੂਜੇ ਦੇ ਵਿੱਚ ਵਿਟੀ ਡਾਇਲੋਗਸ ਐਕਸਚੇਂਜ ਹੋਣਾ, ਉਹਨੂੰ ਕਹਿੰਦੇ ਨੇ, ਠੀਕ ਹੈ। ਮਾਈਮ ਹੁੰਦਾ ਹੈ, ਤੁਸੀਂ ਸਾਰੇ ਦੇਖਦੇ ਹੀ ਹੋ ਕਿ ਡੰਬ ਸ਼ੋ ਹੁੰਦੇ ਨੇ ਆਪਣੇ, ਇਹਦੇ ਵਿੱਚ ਬਲੈਕ ਡਰੈਸ ਔਰ ਚੁੱਪ ਰਹਿ ਕੇ ਆਪਣੇ ਭਾਵਨਾਵਾਂ ਨੂੰ ਆਪਣੇ ਐਕਸਪ੍ਰੈਸ਼ਨ ਦੇ ਥਰੂ ਵਿਅਕਤ ਕਰਨਾ, ਦੈਟ ਇਜ਼ ਕੋਲਡ ਮਾਈਮ। ਦੈਨ ਇਜ਼ ਓਪੇਰਾ। ਓਪੇਰਾ ਇਜ਼ ਅ ਮਿਊਜ਼ਿਕ, ਠੀਕ ਹੈ। ਔਰ ਇਹ 18th ਸੈਂਚੁਰੀ ਦੇ ਵਿੱਚ ਸੀਗਾ। ਹੁਣ ਤੁਸੀਂ ਇੰਨੀ ਗੱਲ ਯਾਦ ਰੱਖੋ, 18th ਸੈਂਚੁਰੀ ਦੇ ਵਿੱਚ ਆਪਣੀ ਮਿਡਲ ਕਲਾਸ ਦਾ ਰਾਈਜ਼ ਹੋਇਆ ਸੀ। ਉਸ ਤੋਂ ਪਹਿਲਾਂ ਸਿਰਫ 2 ਹੀ ਕਲਾਸਿਸ ਹੁੰਦੀਆਂ ਸੀ, ਜਾਂ ਤਾਂ ਅਪਰ ਕਲਾਸ ਜਾਂ ਫਿਰ ਲੋਅਰ ਕਲਾਸ, ਓਕੇ। ਉਸ ਤੋਂ ਬਾਅਦ ਆਉਂਦਾ ਹੈ ਮਾਸਕ ਜਿਹੜਾ ਹੈ, ਸਪੈਸ਼ਲੀ ਮਾਸਕ ਦੇ ਵਿੱਚ ਕੀ ਹੁੰਦਾ ਹੈ ਕਿ ਮਾਸਕ ਪਾ ਕੇ ਜਿਹੜੇ ਸਾਰੇ ਕੈਰੈਕਟਰਸ ਨੇ ਉਹ ਇਹ ਸਟੋਰੀ ਜਿਹੜੀ ਇਸ ਤਰ੍ਹਾਂ ਚੱਲਦੀ ਹੈ ਕਿ ਮਾਸਕ ਦੇ ਵਿੱਚ ਹੀ ਉਹ ਸਾਰਾ ਕੁਝ ਪਰਫਾਰਮ ਹੋ ਜਾਂਦਾ ਹੈ। ਆਪਣੀ ਕਈ ਫਿਲਮਸ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਮਾਸਕ ਪਾ ਕੇ ਕੋਈ ਟ੍ਰੈਜਡੀ ਹੋ ਜਾਂਦੀ, ਕੋਈ ਘਟਨਾ ਹੋ ਜਾਂਦੀ ਹੈ, ਉਸ ਤਰ੍ਹਾਂ ਦਾ ਹੀ ਇਹ ਮਾਸਕ ਦਾ ਉਹੀ ਬੇਸਿਕ ਪਰਪਸ ਹੈ ਡਰਾਮਾ ਦੇ ਵਿੱਚ। ਔਰ ਇਹਦੇ 'ਤੇ ਜਿਹੜੀ ਮੇਨ ਹੈ ਉਹ ਤੁਸੀਂ ਯਾਦ ਕਰ ਲਓ, ਮਿਲਟਨ ਦੀ ਕੈਮਿਸਟ ਜਿਹੜੀ ਹੈ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਹੈ। ਮਿਲਟਨ ਦੀ ਕੈਮਿਸਟ ਜਿਹੜੀ ਆ ਉਹ ਇੱਕ ਮਾਸਕ ਡਰਾਮਾ ਹੈ, ਠੀਕ ਹੈ। ਹੁਣ ਕਲੋਜ਼ਰ ਡਰਾਮਾ ਦਾ ਮਤਲਬ ਹੁੰਦਾ ਹੈ, ਇਹ ਛੋਟੇ ਛੋਟੇ ਟਰਮਸ ਨੇ, ਲਿਟਰੇਰੀ ਟਰਮਸ ਵੀ ਤੁਸੀਂ ਕਹਿ ਸਕਦੇ ਹੋ, ਜੋ ਕਿ ਸਾਡੇ ਪੇਪਰ 'ਚ ਸਾਨੂੰ ਡਰਾਮਾ ਦੇ ਰਿਲੇਟਿਡ ਪਤਾ ਹੋਣੀ ਚਾਹੀਦੀਆਂ ਨੇ। ਕਲੋਜ਼ਰ ਡਰਾਮਾ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਡਰਾਮਾ ਸਿਰਫ ਪੜ੍ਹਨ ਲਈ ਲਿਖੇ ਗਏ ਹੋਣ ਔਰ ਉਹਨੂੰ ਪਰਫਾਰਮ ਨਹੀਂ ਕੀਤਾ ਜਾ ਸਕਦਾ, ਦੈਟ ਇਜ਼ ਕੋਲਡ ਕਲੋਜ਼ਰ ਡਰਾਮਾ। ਫੋਰ ਐਗਜ਼ਾਮਪਲ ਜਿਹੜੇ ਆਪਣੇ ਰੋਮਾਂਟਿਕ ਪੀਰੀਅਡ ਦੇ, ਜਿਵੇਂ ਕਿ ਵਰਡਸਵਰਥ ਦੀ ਜਿਹੜੀ ਪੋਇਟਰੀਜ਼ ਨੇ ਜਾਂ ਵਰਡਸਵਰਥ ਦੇ ਜਿਹੜਾ ਲਿਰਿਕਲ ਬੈਲਡ ਹੈ, ਉਹਨੂੰ ਆਪਾਂ ਪਰਫਾਰਮ ਤਾਂ ਨਹੀਂ ਕਰ ਸਕਦੇ, ਦੈਟ ਇਜ਼ ਕੋਲਡ ਕਲੋਜ਼ਰ ਡਰਾਮਾ, ਓਕੇ। ਦੈਨ ਇਜ਼ ਮੈਲੋਡਰਾਮਾ ਜੋ ਕਿ
ਸਮਥਿੰਗ ਇਮੋਸ਼ਨਲੀ ਕਿਸੇ ਨੂੰ ਕੁਛ ਕੀਤਾ ਜਾਂਦਾ ਹੈ, ਯੂ ਕੈਨ ਅੰਡਰਸਟੈਂਡ। ਫਿਲਮਸ ਦੇ ਵਿੱਚ ਬਹੁਤ ਮੈਲੋ ਡਰਾਮਾ ਦੇਖਿਆ ਜਾਂਦਾ ਹੈ ਨਾ, ਤਾਂ 18th ਸੈਂਚੁਰੀ ਦੇ ਵਿੱਚ ਇਹ ਬਹੁਤ ਪ੍ਰਵੋਕ ਹੋ ਗਿਆ ਸੀ ਲੋਕਾਂ ਨੂੰ, ਲੋਕਾਂ ਦਾ ਧਿਆਨ ਭਟਕਾਉਣ ਲਈ। ਮਤਲਬ ਲੋਕ ਉਸ ਟਾਈਮ 'ਤੇ ਤਾਂ ਕਿ ਸਰਕਾਰ ਦੇ ਖਿਲਾਫ ਕੁਛ ਕਰਨ ਕੁਛ ਨਾ ਕਰਨ, ਇਸ ਲਈ ਮੈਲੋ ਡਰਾਮਾ ਕਾਈਂਡ ਆਫ ਜਿਹੜੇ ਨੇ ਡਰਾਮਾਸ ਉਸ ਟਾਈਮ ਸਟਾਰਟ ਹੋ ਗਏ ਸੀ 18th ਸੈਂਚੁਰੀ ਦੇ ਵਿੱਚ। ਹੁਣ ਹੁੰਦਾ ਹੈ ਐਪਿਕ ਥੀਏਟਰ। ਐਪਿਕ ਥੀਏਟਰ ਦਾ ਮਤਲਬ ਹੈ ਕੁਛ ਪੋਲੀਟੀਕਲ ਥੀਮਸ ਦੇ ਉੱਤੇ ਹੀ ਇਸ ਥੀਏਟਰਸ ਦੇ ਵਿੱਚ ਦਿਖਾਇਆ ਜਾਂਦਾ ਸੀ, ਠੀਕ ਹੈ। ਉਸ ਤੋਂ ਬਾਅਦ ਆਪਣਾ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਜਾਂਦਾ ਹੈ, ਦੈਟ ਇਜ਼ ਕਾਲਡ ਯੂਨੀਵਰਸਿਟੀ ਵਿਟਸ, ਠੀਕ ਹੈ। ਯੂਨੀਵਰਸਿਟੀ ਵਿਟਸ ਤੋਂ ਆਪਾਂ ਨੂੰ ਮਾਰਲੋ ਸਭ ਤੋਂ ਇੰਪੋਰਟੈਂਟ ਹੈ। ਆਪਾਂ ਨੂੰ ਮਾਰਲੋ ਨੂੰ ਪੂਰਾ ਇਲੈਬੋਰੇਟ ਕਰਕੇ ਪੜਾਂਗੇ ਔਰ ਮੇਰਾ ਅਗਲਾ ਟੌਪਿਕ ਜਿਹੜਾ ਹੈ ਮਾਰਲੋ ਤਾਂ ਰਹੇਗਾ, ਲੇਕਿਨ ਮਾਰਲੋ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਥੀਏਟਰਸ ਬਾਰੇ ਦੱਸਾਂਗੀ ਥੋੜ੍ਹਾ ਜਿਹਾ, ਠੀਕ ਹੈ। ਹੁਣ ਮਾਰਲੋ ਜਿਹੜੇ ਸੀਗੇ ਇਹ ਬਲੈਂਕ ਵਰਸ ਦੇ ਰਾਜਾ ਕਹੇ ਜਾਂਦੇ ਨੇ ਔਰ ਇਹਨਾਂ ਦੀ ਕਿੰਗ ਆਫ ਬਲੈਂਕ ਵਰਸ, ਐਂਡ ਹੀ ਰੋਟ ਆਲਮੋਸਟ ਆਲ ਆਫ ਹਿਜ਼ ਵਰਕਸ ਇਨ ਦ ਬਲੈਂਕ ਵਰਸ। ਐਂਡ ਮੋਰਨਿੰਗ ਹੀ ਇਜ਼ ਆਲਸੋ ਕੋਲਡ ਅ ਮੋਰਨਿੰਗ ਸਟਾਰ ਔਰ ਮੋਰਨਿੰਗ ਡੈਨਸਰ ਆਫ ਦ ਇੰਗਲਿਸ਼ ਯੂ ਕੈਨ ਸੇ ਟ੍ਰੈਜਡੀਜ਼ ਔਰ ਡਰਾਮਾ, ਠੀਕ ਹੈ। ਦੈਨ ਇਹਨਾਂ ਵਿੱਚ ਤੁਸੀਂ ਯਾਦ ਰੱਖਣੇ ਹੈ, ਇਹਨਾਂ ਦੀ ਸਿਰਫ ਰੈਕੋਗਨਾਈਜੇਸ਼ਨ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਮਾਰਲੋ, ਗ੍ਰੀਨ, ਪੀਲ, ਲੌਜ, ਨੈਸ਼, ਲਾਈਲੀ ਐਂਡ ਥੋਮਸ ਕਿਡ, ਠੀਕ ਹੈ। ਇਹੀ 7 ਜਿਹੜੇ ਨੇ ਇੰਪੋਰਟੈਂਟ ਨੇ। ਹੁਣ ਥੋਮਸ ਕਿਡ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਕੋਈ ਵੀ ਯੂਨੀਵਰਸਿਟੀ ਤੋਂ ਪੜ੍ਹਾਈ ਨਹੀਂ ਕੀਤੀ ਹੈ, ਠੀਕ ਹੈ। ਲੇਕਿਨ ਜਿਹੜੇ ਬਾਕੀ ਸਾਰੇ ਨੇ ਉਹ ਆਕਸਫੋਰਡ ਜਾਂ ਫਿਰ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ, ਠੀਕ ਹੈ। ਹੁਣ ਕੀ ਹੈ ਕਿ ਮੈਂ ਸਿਰਫ ਉਹੀ ਇਨਫੋਰਮੇਸ਼ਨ ਲਿਖੀ ਹੈ ਜਿਹੜੀ ਤੁਹਾਡੇ ਪੇਪਰ ਦੇ ਹਿਸਾਬ ਤੋਂ ਜ਼ਰੂਰੀ ਹੈ, ਬਾਕੀ ਇਨਫੋਰਮੇਸ਼ਨ ਮੈਂ ਨਹੀਂ ਪ੍ਰੋਵਾਈਡ ਕੀਤੀ ਹੈ ਕਿਉਂਕਿ ਉਹ ਤੁਹਾਡੇ ਪੇਪਰ ਲਈ ਇੰਪੋਰਟੈਂਟ ਹੀ ਨਹੀਂ ਹੈ, ਠੀਕ ਹੈ। ਤਾਂ ਗ੍ਰੀਨ ਇਜ਼ ਇਹਨਾਂ ਦਾ ਟਾਈਮ ਪੀਰੀਅਡ ਤੁਸੀਂ ਇੱਕ ਧਿਆਨ ਰੱਖਣਾ ਹੈ, ਇੱਕ ਤੁਸੀਂ ਯਾਦ ਰੱਖਣਾ ਹੈ ਕਿ ਕਿਹੜੀ ਯੂਨੀਵਰਸਿਟੀਜ਼ ਤੋਂ ਪੜ੍ਹੇ ਨੇ ਔਰ ਕਿਹੜਾ ਯੂਨੀਵਰਸਿਟੀ ਵਿੱਚ ਜਿਹੜਾ ਪੜ੍ਹਾਈ ਉਹਨੇ ਯੂਨੀਵਰਸਿਟੀ ਤੋਂ ਨਹੀਂ ਕੀਤੀ, ਠੀਕ ਹੈ। ਔਰ ਜਿਹੜੇ ਇਹਨਾਂ ਦਾ ਟਾਈਮ ਪੀਰੀਅਡ ਇੱਕ ਥੋੜ੍ਹਾ ਯਾਦ ਰੱਖ ਲਓ, ਔਰ ਇਹਨਾਂ ਦੇ ਕਿਹੜੇ ਪਲੇਸ ਤੋਂ ਸ਼ੇਕਸਪੀਅਰ ਨੇ ਕਿਹੜੀ ਆਪਣੀ ਇੰਸਪੀਰੇਸ਼ਨ ਲਈ ਹੈ, ਸਿਰਫ ਉਹ ਚੀਜ਼ ਤੁਸੀਂ ਥੋੜ੍ਹਾ ਜਿਹਾ ਧਿਆਨ 'ਚ ਰੱਖੋਗੇ, ਠੀਕ ਹੈ। ਇਟ ਇਜ਼ ਨਾਟ ਦੈਟ ਯੂ ਹੈਵ ਟੂ ਰਿਮੈਂਬਰ ਆਲ ਦ ਥਿੰਗਸ, ਯੂ ਹੈਵ ਓਨਲੀ ਦਾ ਕਿ ਆਈਡੈਂਟੀਫਿਕੇਸ਼ਨ ਤੁਸੀਂ ਕਰ ਪਾਓ, ਓਕੇ। ਸੋ ਗ੍ਰੀਨ ਇਜ਼ 1558 to 1592 ਹੈ ਨਾ। ਸ਼ੇਕਸਪੀਅਰ ਨੇ ਆਪਣੇ ਵਿੰਟਰਸ ਟੇਲ ਜਿਹੜਾ ਹੈ ਉਹਨਾਂ ਦਾ ਇੱਕ ਵਰਕ ਸੀ ਗ੍ਰੀਨ ਦਾ, ਪੌਂਡੋਸਟੋ, ਉਹਦੇ ਤੋਂ ਲਿਆ ਹੈ, ਠੀਕ ਹੈ। ਆਪਣੀ ਇੰਸਪੀਰੇਸ਼ਨ ਵਿੰਟਰਸ ਟੇਲ ਦੀ ਪੌਂਡੋਸਟੋ ਤੋਂ ਲਈ ਹੈ, ਠੀਕ ਹੈ। ਔਰ ਗ੍ਰੀਨ ਦੇ ਬਾਰੇ 'ਚ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਯਾਦ ਰੱਖਣਾ ਹੈ ਕਿ ਗ੍ਰੀਨ ਨੇ ਸ਼ੇਕਸਪੀਅਰ ਨੂੰ ਅਪਸਟਾਰਟ ਕਰੋ ਕਿਹਾ ਸੀ। ਕਿਉਂ ਕਿਹਾ ਸੀ? ਕਿਉਂਕਿ ਉਹ ਕਹਿੰਦੇ ਕਿ ਅਸੀਂ ਵਰਕਸ ਲਿਖਦੇ ਹਾਂ ਅਤੇ ਸ਼ੇਕਸਪੀਅਰ ਜਿਹੜਾ ਹੈ ਸਾਡੇ ਵਰਕਸ ਨੂੰ ਕਾਪੀ ਕਰ ਲੈਂਦਾ ਹੈ, ਠੀਕ ਹੈ। ਹੁਣ ਦ ਸਕੌਟਿਸ਼ ਹਿਸਟਰੀ ਆਫ ਜੇਮਸ ਦਾ ਫੋਰਥ, ਇਹਦੇ ਤੋਂ ਵੀ ਆਪਣਾ ਸ਼ੇਕਸਪੀਅਰ ਨੇ ਇੰਸਪੀਰੇਸ਼ਨ ਲਈ ਹੈ। ਐਜ਼ ਯੂ ਲਾਈਕ ਇਟ ਵਿੱਚ ਔਰ ਅ ਮਿਡਸਮਰ ਨਾਈਟਸ ਡ੍ਰੀਮ ਦੇ ਵਿੱਚ ਉਹਨਾਂ ਨੇ ਜਿਹੜੇ ਆਪਣੇ ਕੈਰੈਕਟਰਸ ਨੇ ਉਹਦੇ ਵਿੱਚ ਸੀਗੇ ਹਿਸਟਰੀ ਆਫ ਜੇਮਸ ਦਾ ਫੋਰਥ ਦੇ ਵਿੱਚ ਔਸਬੋਰਨ ਐਂਡ ਬੋਹਾਨ, ਉਹਨਾਂ ਨੇ ਇੰਸਪੀਰੇਸ਼ਨ ਲਈ ਹੈ, ਠੀਕ ਹੈ। ਹੁਣ ਨੈਕਸਟ ਆਉਂਦਾ ਹੈ ਪੀਲ 1556 to 1596। ਹੁਣ ਇਹਦੇ ਵਿੱਚ ਕੀ ਹੈ, ਇਹਦਾ ਕੋਈ ਇੰਨਾ ਖਾਸ ਪੁਆਇੰਟ ਨਹੀਂ ਹੈ। ਅਤੇ ਲੌਜ ਦਾ 1557 to 1625 ਹਿਜ਼ ਵਰਕ ਰੋਜ਼ਾਲਿੰਡ ਇੱਕ ਵਰਕ ਸੀਗਾ, ਉਹਦੇ 'ਚੋਂ ਵਰਕ ਸ਼ੇਕਸਪੀਅਰ ਨੇ ਆਪਣੀ ਜਿਹੜੀ ਹੈ ਇੰਸਪੀਰੇਸ਼ਨ ਲਈ ਸੀ ਐਜ਼ ਯੂ ਲਾਈਕ ਇਟ ਲਈ, ਠੀਕ ਹੈ। ਰੋਜ਼ਾਲਿੰਡ ਤੋਂ ਔਰ ਐਜ਼ ਯੂ ਲਾਈਕ ਇਟ ਦੀ ਗ੍ਰੀਨ ਤੋਂ ਵੀ ਲਈ ਹੈ ਇੰਸਪੀਰੇਸ਼ਨ, ਤੁਸੀਂ ਯਾਦ ਰੱਖਣੇ ਪੁਆਇੰਟ। ਫਿਰ ਆਉਂਦਾ ਹੈ ਨੈਸ਼ ਇਜ਼ 1567 to 1601। ਹੁਣ ਤੁਸੀਂ ਇਹਨੂੰ ਸੀਰੀਅਲ ਆਰਡਰ 'ਚ ਲਗਾ ਲੈਣਾ ਉਹਨਾਂ ਦੇ ਜਨਮ ਦੇ ਹਿਸਾਬ ਨਾਲ, ਤਾਂ ਕਿ ਤੁਹਾਨੂੰ ਆਈਡੀਆ ਰਹੇ ਕਿ ਕੌਣ ਕਦੋਂ ਜਨਮ ਲਿਆ ਸੀ ਅਤੇ ਕਦੋਂ ਉਹਨਾਂ ਦੀ ਡੈਥ ਹੋਈ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਲਾਈਲੀਜ਼ ਟਾਈਮ ਇਜ਼ 1554 to 1606। it is called euphemistic term. He actually Laili is more concerned with the dialogues, ਠੀਕ ਹੈ। ਉਹ ਕਹਿੰਦੇ ਸੀ ਕਿ ਡਾਇਲੋਗਸ ਜਿਹੜੇ ਨੇ ਅੱਛੇ ਹੋਣੇ ਚਾਹੀਦੇ ਨੇ, ਉਹਨੂੰ ਮਤਲਬ ਇਹ ਆਪਣੀ ਫਾਰਮ ਦੇ ਲਈ ਜਾਣੇ ਜਾਂਦੇ ਨੇ ਇੱਕ ਤਰ੍ਹਾਂ ਤੋਂ। ਇਹਨਾਂ ਨੇ ਵਰਕਸ ਤਾਂ ਕਾਪੀ ਕੀਤੇ ਸੀ ਪਰ ਆਪਣੀ ਫਾਰਮ ਦੇ ਲਈ ਜਾਣੇ ਜਾਂਦੇ ਨੇ। ਯੂਫਿਸਟਿਕ ਮਤਲਬ ਹੁੰਦਾ ਹੈ ਸਮਥਿੰਗ ਡੈਕੋਰੇਟਿਵ ਯੂ ਕੈਨ ਸੇ, ਔਰ ਅੱਛਾ ਲਿਖਣਾ, ਸਜਾ ਕੇ ਡੈਕੋਰੇਟਿਵ ਸਟਾਈਲ ਦੇ ਵਿੱਚ ਲਿਖਣਾ, ਓਕੇ। ਐਂਡ ਨੈਕਸਟ ਇਜ਼ ਥੋਮਸ ਕਿਡ ਦਾ ਸਪੈਨਿਸ਼ ਟ੍ਰੈਜਡੀ ਜਿਹੜੀ ਇਹਨਾਂ ਨੇ ਲਿਖੀ ਸੀ, ਠੀਕ ਹੈ। ਇਹ ਤਾਂ ਮੈਂ ਤੁਹਾਨੂੰ ਦੱਸਦਾ। ਹੁਣ ਥੋਮਸ ਕਿਡ ਦੀ ਜਿਹੜਾ ਡਰਾਮਾ ਇਹਨਾਂ ਨੇ ਲਿਖਿਆ ਸੀਗਾ ਬਹੁਤ ਫੇਮਸ, ਉਹਦੇ ਵਿੱਚ ਉਹਨੂੰ ਇੱਕ ਸੈਨਿਕਨ ਟ੍ਰੈਜਡੀ ਵੀ ਕਿਹਾ ਜਾਂਦਾ ਹੈ, ਠੀਕ ਹੈ। ਹੁਣ ਇੱਥੋਂ ਦੀ ਇਹਨਾਂ ਨੇ ਥੋਮਸ ਕਿਡ ਦੀ ਜਿਹੜਾ ਵਰਕ ਸੀਗਾ ਉਹ ਤੋਂ ਇਹਨਾਂ ਨੇ ਇੰਸਪੀਰੇਸ਼ਨ ਲਈ ਆਪਣੇ ਵਰਕ ਹੈਮਲੇਟ ਦੀ, ਮੋਸਟ ਇੰਪੋਰਟੈਂਟ ਆਪਣੇ ਵਰਕ ਹੈਮਲੇਟ ਲਈ ਇਹਨਾਂ ਨੇ ਥੋਮਸ ਕਿਡ ਦੀ ਰਿਵੈਂਜ ਟ੍ਰੈਜਡੀ ਨਾਮ ਸੀ ਉਸਦਾ, ਦ ਰਿਵੈਂਜ ਟ੍ਰੈਜਡੀ ਤੋਂ ਇਹਨਾਂ ਨੇ ਇੰਸਪੀਰੇਸ਼ਨ ਲਈ ਸ਼ੇਕਸਪੀਅਰ ਨੇ, ਠੀਕ ਹੈ। ਔਰ ਇਹਦੇ ਨਾਲ ਹੀ ਤੁਹਾਡਾ ਇਹ ਟੌਪਿਕ ਕੰਪਲੀਟ ਹੁੰਦਾ ਹੈ। ਇਹ ਸੀ ਆਪਣੀ ਬੈਕ ਨੌਲੇਜ ਬਿਫੋਰ ਸਟਾਰਟਿੰਗ ਦਾ
ਆਪਣਾ ਜਿਹੜਾ ਮੇਨ ਪੋਰਸ਼ਨ ਹੈ ਉਹਨੂੰ ਸਟਾਰਟ ਕਰਨ ਤੋਂ ਪਹਿਲਾਂ। ਹੁਣ ਤੁਹਾਨੂੰ ਮਾਰ ਲਓ ਮੈਂ ਪੂਰਾ ਇਲੈਬੋਰੇਟ ਕਰਕੇ ਦੱਸੂਗੀ, ਲੇਕਿਨ ਉਸ ਤੋਂ ਵੀ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਵੀਡੀਓ ਦੇ ਵਿੱਚ ਥੀਏਟਰਸ ਦੇ ਬਾਰੇ 'ਚ ਦੇਖਾਂਗੇ। ਥੀਏਟਰਸ ਦੇ ਬਾਰੇ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੋਂ ਦੀ ਇੱਕ ਅੱਧਾ ਕੁਐਸਚਨ ਤੁਹਾਨੂੰ ਡਾਇਰੈਕਟ ਬਣ ਸਕਦਾ ਹੈ, ਠੀਕ ਹੈ। ਸੋ ਥੈਂਕ ਯੂ ਫॉर ਵਾचिंग।